ਸਤਿ ਸ਼੍ਰੀ ਅਕਾਲ ਜੀ। ਸਿਹਤ ਸੁਧਾਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਸਾਡੇ ਫਿਰ ਮਹਿਮਾਨ ਹੋਣਗੇ ਵੈਦ ਨਰਿੰਦਰ ਸਿੰਘ ਜੀ। ਉਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਇੱਕ ਅਜਿਹੇ ਵਿਸ਼ੇ ਸੰਬੰਧੀ ਜਾਣਕਾਰੀ ਜਿਸ ਦੇ ਉੱਤੇ ਗੱਲ ਕਰਨਾ ਸ਼ਾਇਦ ਅੱਜ-ਕੱਲ੍ਹ ਕੋਈ ਜ਼ਿਆਦਾ ਮੁਨਾਸਿਬ ਨਹੀਂ ਸਮਝਦਾ। ਬਿਮਾਰੀ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਕਿ ਸੈਕਸ ਮਾਮਲਿਆਂ ਨੂੰ ਲੈ ਕੇ ਹੈ। ਸਭ ਤੋਂ ਜ਼ਰੂਰੀ ਹੈ ਵਿਸ਼ਵ ਦੀ ਜਿਹੜੀ ਅੱਗੇ ਪੈਦਾਵਾਰ ਹੈ ਉਹ ਸੈਕਸ ਦੇ ਉੱਤੇ ਟਿਕੀ ਹੋਈ ਹੈ। ਪਰ ਇਹਦੇ ਬਾਵਜੂਦ ਵੀ ਜਦੋਂ ਕਦੇ ਕਿਸੇ ਇਨਸਾਨ ਨੂੰ ਸੈਕਸ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਇਸ ਬਾਰੇ ਨਾ ਤਾਂ ਆਪਣੇ ਘਰਦਿਆਂ ਨਾਲ ਤੇ ਇੱਥੋਂ ਤੱਕ ਕਿ ਆਪਣੀ ਪਤੀ ਆਪਣੀ ਪਤਨੀ ਨਾਲ ਤੇ ਪਤਨੀ ਆਪਣੀ ਪਤੀ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਗੱਲ ਕਰਨਾ ਮੁਨਾਸਿਬ ਨਹੀਂ ਸਮਝਦੇ। ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਹ ਸਮੱਸਿਆਵਾਂ ਆਉਂਦੀਆਂ ਕਿਵੇਂ ਨੇ ਤੇ ਕਿਵੇਂ ਇਹਨੂੰ ਦੂਰ ਕੀਤਾ ਜਾ ਸਕਦਾ ਹੈ। ਐਲੋਪੈਥੀ ਦਵਾਈਆਂ ਦੇ ਵਿੱਚ ਕਿਸ ਤਰ੍ਹਾਂ ਦੇ ਇਲਾਜ ਨੇ ਇਹ ਆਪਾਂ ਨੂੰ ਪਤਾ ਹੈ, ਉਹਦੇ ਸਾਈਡ ਇਫੈਕਟ ਕਿਸ ਤਰ੍ਹਾਂ ਦੇ ਨੇ ਆਪਾਂ ਨੂੰ ਪਤਾ ਹੈ। ਲੇਕਿਨ ਆਯੁਰਵੇਦ ਨੇ ਸਾਨੂੰ ਅਜਿਹੇ ਇਲਾਜ ਦਿੱਤੇ ਨੇ ਜਿਸ ਨੇ ਸਰੀਰ ਨੂੰ ਫੇਰ ਮੁੜ ਉਸ ਤਰ੍ਹਾਂ ਨਰੋਆ ਬਣਾ ਦਿੱਤਾ ਜਾਂਦਾ ਉਹਦਾ ਢੰਗ ਤਰੀਕਿਆਂ ਦੇ ਨਾਲ ਤੇ ਨਾਲ ਹੀ ਕੋਈ ਬਾਡੀ ਦੇ ਅੰਦਰ ਸਰੀਰ ਦੇ ਅੰਦਰ ਕੋਈ ਸਾਈਡ ਇਫੈਕਟ ਵੀ ਨਹੀਂ ਆਉਂਦਾ। ਨਰਿੰਦਰ ਸਿੰਘ ਜੀ, ਤੁਹਾਡਾ ਸਿਹਤ ਸੁਧਾਰ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਜੀ। ਕੁਲਵੰਤ ਸਿੰਘ ਜੀ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਨੂੰ ਦਰਸ਼ਕਾਂ ਦੇ ਰੂਬਰੂ ਕੀਤਾ। ਤੇ ਇਸ ਤਰ੍ਹਾਂ ਕੁਲਵੰਤ ਸਿੰਘ ਜੀ, ਸਿਸਟਮ ਇਸ ਤਰ੍ਹਾਂ ਹੈ ਵੀ ਜਦ ਅੱਜ ਦੇ ਟਾਈਮ ਦੇ ਵਿੱਚ ਕੀ ਹੋ ਰਿਹਾ ਹੈ, ਬੱਚਾ 15-16 ਸਾਲ ਦੀ ਉਮਰ ਦੇ ਵਿੱਚ ਹੁੰਦਾ ਹੈ ਨਾ, ਤੇ ਉਹ ਕੀ ਕਰਦਾ ਹੈ, ਗਲਤ ਤਰੀਕੇ ਦੇ ਨਾਲ ਯਾਨੀ ਕਿ ਹੱਥ ਦੇ ਨਾਲ ਕਰ ਕਰਕੇ ਜਦ ਤੱਕ ਉਹਨੇ ਜਵਾਨੀ ਚੜ੍ਹਨਾ ਹੁੰਦਾ ਹੈ, ਉਦੋਂ ਤੱਕ ਤੇ ਉਹ ਆਪਣਾ ਆਪ ਓਦਾਂ ਹੀ ਵੈਸੇ ਹੀ ਖ਼ਤਮ ਕਰ ਲੈਂਦਾ ਹੈ। ਯਾਨੀ ਸਰੀਰ ਨੂੰ ਸੈਕਸ ਦੇ ਪ੍ਰਤੀ ਜਿਹੜੀ ਸੰਤੁਸ਼ਟੀ ਹੈ ਉਹ ਹੱਥ ਦੇ ਨਾਲ ਕਰਕੇ ਹੱਥ ਰੱਸੀ ਦੇ ਕਾਰਨ ਜਿਹੜਾ ਉਹ ਆਪਣਾ ਸਰੀਰ ਵਿਗਾੜ ਲੈਂਦਾ ਹੈ। ਹਾਂਜੀ, ਉਸ ਚੀਜ਼ ਨਾਲ ਯਾਨੀ ਕਿ ਬਹੁਤ ਜ਼ਿਆਦਾ ਇਸ ਚੀਜ਼ ਦਾ ਫ਼ਰਕ ਪੈ ਰਿਹਾ ਹੈ। ਅੱਜ ਦੇ ਜੀ, ਟਾਈਮ ਦੇ ਵਿੱਚ ਤੁਸੀਂ ਦੇਖੋ ਵੀ 10-12 ਸਾਲ ਦੇ ਬੱਚੇ ਦੇ ਹੱਥ ਦੇ ਵਿੱਚ ਮੋਬਾਇਲ ਫੋਨ ਹੈ। ਉਹ ਜੀ, ਉਸ ਚੀਜ਼ ਨੂੰ ਦੇਖਦਾ ਹੈ, ਗਲਤ ਤਰੀਕੇ ਦੇ ਨਾਲ ਕਰਦਾ ਹੈ। ਜੀ, ਮੈਂ ਤੇ ਖ਼ਾਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬੱਚੇ ਨਾ ਸਾਡੇ ਨੌਜਵਾਨ, ਇਹਨਾਂ ਦਾ ਬਹੁਤ ਮਾੜਾ ਹਾਲ ਹੋ ਰਿਹਾ। ਮੈਂ ਖ਼ਾਸ ਕਰਕੇ ਉਹਨਾਂ ਦੇ ਬਾਪ ਨੂੰ ਆਖਾਂਗਾ ਵੀ ਉਹ ਜਦ ਬੱਚਾ 10 ਸਾਲ ਦਾ ਹੋ ਜਾਂਦਾ ਨਾ, ਉਸ ਤੋਂ ਬਾਅਦ ਉਹਦੀ ਉਮਰ 15-16 ਸਾਲ ਦੀ, ਉਹ ਕਹਿ ਲਓ ਜਿਹੜੀ ਉਮਰ ਹੁੰਦੀ ਨਾ, ਬਿਲਕੁਲ ਨਾ ਸਮਝੀ ਦੀ ਹੁੰਦੀ ਹੈ। ਤੇ ਜੀ, 10 ਸਾਲ 20 ਸਾਲ ਤੱਕ ਘੱਟ ਤੋਂ ਘੱਟ ਵੀ 10 ਸਾਲ 10 ਤੋਂ ਅਗਲੇ 10 ਸਾਲ ਜਿਹੜਾ ਬੱਚੇ ਦੇ ਉੱਪਰ ਪੂਰੀ ਨਿਗਰਾਨੀ ਰੱਖੋ। ਸਾਡਾ ਬੱਚਾ ਕੋਈ ਗਲਤ ਤੇ ਨਹੀਂ ਕੰਮ ਕਰ ਰਿਹਾ ਹੈਗਾ। ਇਸ ਚੀਜ਼ ਦਾ ਜਦ 25, 26 ਜਾਂ 30 ਸਾਲ ਦੀ ਉਮਰ ਤੱਕ ਮੈਰਿਜ ਹੁੰਦੀ ਹੈ, ਇਸ ਚੀਜ਼ ਦਾ ਬਾਅਦ ਵਿੱਚ ਖਮਿਆਜਾ ਭੁਗਤਣਾ ਪੈਂਦਾ ਹੈ। ਉਦੋਂ ਤਾਂ ਨਾ ਸਮਝੀ ਦੇ ਵਿੱਚ ਬੱਚੇ ਕਰ ਲੈਂਦੇ ਨੇ ਗਲਤ ਤਰੀਕੇ ਦੇ ਨਾਲ। ਪਰ ਬਾਅਦ ਵਿੱਚ ਤੁਸੀਂ ਦੇਖਦੇ ਹੋਵੋਗੇ ਨਿਊਜ਼ ਦੇ ਵਿੱਚ ਵੀ ਇਸ ਤਰ੍ਹਾਂ ਮੈਰਿਜ ਹੋਈ, ਅਗਲੇ ਦਿਨ ਮੁੰਡੇ ਨੇ ਸੁਸਾਈਡ ਕਰ ਲਿਆ ਜਾਂ ਕਹਿ ਲਓ ਵੀ ਤਲਾਕ ਹੋ ਗਿਆ ਜਾਂ ਇਸ ਤਰ੍ਹਾਂ ਦੇ ਬਹੁਤ ਮਾਮਲੇ ਇਹਨਾਂ ਚੀਜ਼ਾਂ ਦੇ ਹੁੰਦੇ ਨੇ। ਇਹ ਸਿਰਫ਼ ਸਾਡੀ ਨਾ ਸਮਝੀ ਹੈ ਬੱਚਿਆਂ ਦੀ, ਤੇ ਬੱਚਿਆਂ ਦੇ ਉੱਪਰ ਆਪਣੀ ਨਿਗਰਾਨੀ ਪੂਰੀ ਰੱਖੋ। ਬੱਚਾ ਕੋਈ ਗਲਤ ਕੰਮ ਕਰ ਰਿਹਾ ਹੈ ਜਾਂ ਵੀ ਗਲਤ ਤਰੀਕੇ ਦੇ ਨਾਲ ਕਰ ਰਿਹਾ, ਉਹਨੂੰ ਡਾਂਟੋ, ਕੰਟਰੋਲ ਕਰੋ ਉਸ ਚੀਜ਼ ਨੂੰ। ਦੂਸਰੀ ਗੱਲ, ਜਿਹੜਾ ਸਾਡਾ ਖਾਣ-ਪੀਣ ਹੈ। ਜੀ, ਆਪਾਂ ਇਹਦੇ ਤੇ ਆਵਾਂਗੇ ਵੀ ਹਾਂਜੀ, ਕਿਸ ਤਰੀਕੇ ਨਾਲ ਆਪਾਂ ਕਿਹੜੀ ਤਰੀਕੇ ਦੇ ਨਾਲ ਜਿਹੜਾ ਸਰੀਰ ਖਰਾਬ ਹੁੰਦਾ ਹੈ। ਪਹਿਲਾਂ ਆਪਾਂ ਨੂੰ ਇਹ ਦੱਸੋ ਕਿ ਜਿਹੜਾ ਹੱਥ ਦੇ ਨਾਲ ਆਪਾਂ ਜਿਹੜਾ ਗਲਤ ਕੰਮ ਜਿਸ ਨੂੰ ਆਪਾਂ ਗਲਤ ਕੰਮ ਕਹਿ ਰਹੇ ਹਾਂ, ਜਿਹੜਾ ਕਿ ਅਲਾਮਤ ਬਣ ਜਾਂਦੀ ਅੱਗੇ ਚੱਲ ਕੇ, ਉਹਦਾ ਹਾਂਜੀ। ਸਰੀਰ ਦੇ ਉੱਤੇ ਜਿਹੜਾ ਉਹ ਕੀ ਪ੍ਰਭਾਵ ਪੈਂਦਾ, ਕਿਸ ਤਰ੍ਹਾਂ ਸਰੀਰ ਖਰਾਬ ਹੁੰਦਾ ਉਹਦੇ ਨਾਲ? ਉਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ, ਜਦ ਹੱਥ ਦੇ ਨਾਲ ਕਰਨ ਦੇ ਨਾਲ ਨਾ, ਸਭ ਤੋਂ ਪਹਿਲਾਂ ਉਸ ਜਿਹੜਾ ਵੀ ਕਰ ਰਿਹਾ, ਉਸ ਇਨਸਾਨ ਦੀਆਂ ਜਿਹੜੀਆਂ ਨਸਾਂ ਖਰਾਬ ਹੋਣੀਆਂ। ਜੀ, ਜਦ ਉਹਦੇ ਲਿੰਗ ਦੇ ਵਿੱਚ ਛੋਟਾਪਨ ਆ ਜਾਣਾ, ਸੁੰਗੜ ਜਾਣਾ, ਕਿਉਂਕਿ ਲਿੰਗ ਦੇ ਵਿੱਚ ਹੱਡੀ ਨਹੀਂ ਹੁੰਦੀ, ਜੀ, ਸਿਰਫ਼ ਨਸਾਂ ਦਾ ਹੀ ਸਿਸਟਮ ਹੁੰਦਾ ਹੈ। ਜੇ ਨਸਾਂ ਸੁੰਗੜ ਗਈਆਂ, ਛੋਟਾਪਨ ਆ ਗਿਆ, ਪਤਲਾਪਨ ਆ ਗਿਆ, ਤੇ ਉਸ ਚੀਜ਼ ਦੇ ਵਿੱਚ ਮੁੜ ਕੇ ਉਹਦੇ ਵਿੱਚ ਇਰੈਕਸ਼ਨ ਆਉਣਾ ਜਿਹੜਾ ਘਟਦਾ ਬਿਲਕੁਲ ਬਿਲਕੁਲ ਬੰਦ ਹੋ ਜਾਂਦਾ ਹੈ। ਜੀ, ਜਦ ਤੱਕ ਉਸ ਬੱਚੇ ਨੂੰ ਸਮਝ ਆਉਂਦੀ ਏ, ਉਦੋਂ ਤਾਂ ਵੀ ਇਹ ਮੈਂ ਗਲਤ ਕਰ ਰਿਹਾ, ਉਦੋਂ ਤੱਕ ਬੱਚਾ ਬਿਲਕੁਲ ਨਮਰਦ ਹੋ ਗਿਆ ਹੁੰਦਾ ਹੈ। ਤੁਸੀਂ ਜੀ, ਮੰਨਣਾ ਨਹੀਂ ਵੀ 24-24, 25-25 ਸਾਲ ਦੇ ਬੱਚੇ ਜਿਹੜੇ ਨੇ ਬਿਲਕੁਲ ਜ਼ੀਰੋ ਹੋਏ ਪਏ ਨੇ, ਸਿਰਫ਼ ਸਿਸਟਮ ਖਰਾਬ ਏ। ਜੀ, ਤੇ ਗਲਤ ਤਰੀਕੇ ਦੇ ਨਾਲ ਕਰ ਕਰਕੇ ਤੇ ਦੂਸਰੀ ਗੱਲ ਇਹ, ਜਦ ਸਰੀਰ ਦੇ ਅੰਦਰੋਂ ਵੀਰਜ ਜਿਹੜਾ ਕੱਢੀ ਜਾਣਾ, ਫਿਰ ਉਹਦੇ ਨਾਲ ਉਹ ਯਾਨੀ ਕਿ ਅੱਗੇ ਧਾਤ ਦੇ ਸ਼ਿਕਾਰ ਹੋ ਜਾਂਦੇ ਨੇ। ਵੀਰਜ ਦੇ ਵਿੱਚ ਉਹਨਾਂ ਦਾ ਜਿਹੜਾ ਬਾਥਰੂਮ ਦੇ ਨਾਲ ਵੀਰਜ ਤੁਰਿਆ ਹੁੰਦਾ ਹੈ, ਤੇ ਵੀਰਜ ਉਹਨਾਂ ਦਾ ਪਾਣੀ ਵਾਂਗ ਪਤਲਾ ਹੋ ਜਾਂਦਾ ਹੈ। ਤੇ ਜੀ, ਉਹ ਜਦ ਪਤਲਾ ਵੀਰਜ ਜਿੱਦਾਂ-ਜਿੱਦਾਂ ਹੋਈ ਜਾਣਾ ਸਰੀਰ ਦੇ ਅੰਦਰ, ਓਦਾਂ-ਓਦਾਂ ਯਾਨੀ ਕਿ ਜਿੱਦਾਂ ਇਰੈਕਸ਼ਨ ਦੀ ਸਮੱਸਿਆ ਜਿਹੜੀ ਆਈ ਜਾਣੀ ਹੈ, ਤੇ ਬੱਚੇ ਜਿਹੜੇ ਨਮਰਦ ਹੋਈ ਜਾਣੇ ਨੇ। ਜੀ, ਦੂਸਰਾ ਸਿਸਟਮ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਵੀ ਉਹਨਾਂ ਦਾ ਪਾਚਨ ਕਿਰਿਆ ਜਿਹੜੀ ਯਾਨੀ ਕਿ ਪਾਚਨ ਸ਼ਕਤੀ ਉਹ ਖਰਾਬ ਹੋ ਜਾਂਦੀ ਹੈ। ਜੀ, ਕਬਜ਼, ਗੈਸ, ਪੇਟ ਦੀ ਖਰਾਬੀ, ਤੇ ਉਹਨਾਂ ਦੇ ਅੰਦਰ ਗਰਮੀ ਪੈਦਾ ਹੋ ਜਾਂਦੀ ਹੈ। ਜੀ, ਫਿਰ ਜੀ, ਉਹ ਕੀ ਕਰਦੇ ਨੇ, ਵੀ ਵੈਦਾਂ ਹਕੀਮਾਂ ਕੋਲ ਭੱਜਦੇ ਨੇ। ਉਹ
ਇਸ ਤਰ੍ਹਾਂ ਹੁੰਦਾ ਹੈ ਆਯੁਰਵੈਦ ਦੇ ਵਿੱਚ ਵਾਤ, ਪਿੱਤ, ਕਫ ਤਿੰਨੋਂ ਜੀ, ਦੋਸ਼ ਨੇ। ਜੀ, ਜੀ, ਜਦ ਗਰਮੀ ਅੰਦਰ ਪੈ ਜਾਂਦੀ ਹੈ, ਗਰਮੀ ਵੀਰਜ ਨੂੰ ਪਾਣੀ ਵਾਂਗ ਪਤਲਿਆਂ ਕਰ ਦਿੰਦੀ ਹੈ, ਉਹਨਾਂ ਨੂੰ ਮਾੜੀ ਜਿਹੀ ਉਤੇਜਨਾ ਆਈ ਜਾਂ ਮਾੜਾ ਜਿਹਾ ਕੋਈ ਗਲਤ ਖਿਆਲ ਆਇਆ, ਨਾਲ ਹੀ ਉਹਨਾਂ ਦਾ ਕਹਿ ਲਓ ਵੀ ਵੀਰਜ ਜਿਹੜਾ ਬਾਥਰੂਮ ਦੇ ਜ਼ਰੀਏ ਨਿਕਲ ਜਾਂਦਾ ਹੈ। ਜੀ, ਜੀ। ਤੇ ਉਹ ਸੁੱਤੇ ਪਏ ਵੀ ਨਿਕਲ ਜਾਂਦਾ ਹੈ? ਹਾਂਜੀ, ਸੁਪਨ ਦੋਸ਼ ਵੀ ਦੇ ਸ਼ਿਕਾਰ ਹੋ ਜਾਂਦੇ। ਸੁਪਨ ਦੋਸ਼ ਜੇਕਰ ਕਿਸੇ ਬੱਚੇ ਨੂੰ ਹੋ ਰਿਹਾ ਨਾ, ਜੇਕਰ ਮਹੀਨੇ ਦੇ ਵਿੱਚ 2 ਵਾਰੀ ਹੋ ਰਿਹਾ, ਕੋਈ ਚੱਕਰ ਨਹੀਂ ਹੈਗਾ, ਕੋਈ ਗੱਲ ਨਹੀਂ। ਤੇ ਜੇਕਰ ਇਸ ਤੋਂ ਜ਼ਿਆਦਾ ਵਾਰੀ ਹੋ ਰਿਹਾ ਨਾ, 3-4 ਵਾਰੀ ਜਾਂ 5 ਵਾਰੀ ਹੋ ਰਿਹਾ, ਤੇ ਸਮਝ ਲਓ ਵੀ ਉਹ ਜਿਹੜਾ ਵੀ ਉਹਦਾ ਵੀਰਜ ਪਤਲਾ ਹੈ, ਉਸ ਚੀਜ਼ ਦਾ ਉਹਨੂੰ ਮੁੜ ਕੇ ਨੁਕਸਾਨ ਹੋਏਗਾ। ਜੀ, ਜੀ, ਤੇ ਸੁਪਨ ਦੋਸ਼ ਜਿਹੜਾ ਹੈ, ਸੁਪਨ ਦੋਸ਼ ਦੇ ਸ਼ਿਕਾਰ ਹੋ ਜਾਂਦੇ ਨੇ, ਇਹ ਧਾਤ ਦੇ ਸ਼ਿਕਾਰ ਹੋ ਜਾਂਦੇ ਨੇ, ਨਮਰਦੀ ਦੇ ਸ਼ਿਕਾਰ ਹੋ ਜਾਂਦੇ ਨੇ। ਪੈ ਉਹਨਾਂ ਦੇ ਅੰਦਰ ਗਰਮੀ ਜਾਂਦੀ, ਗਰਮੀ ਜਦ ਅੰਦਰ ਪੈ ਜਾਂਦੀ ਹੈ, ਗਰਮੀ ਵੀਰਜ ਨੂੰ ਪਾਣੀ ਵਾਂਗ ਪਤਲਾ ਕੀਤਾ ਹੁੰਦਾ, ਤੇ ਉਹ ਉੱਪਰੋਂ ਚੱਕ ਕੇ ਨਮਰਦੀ ਦੀਆਂ ਦਵਾਈਆਂ ਖਾਣ ਲੱਗ ਜਾਂਦੇ ਨੇ। ਜੀ, ਉਹ ਉਲਟ ਦਵਾਈਆਂ, ਗਰਮ ਦਵਾਈਆਂ ਹੋਰ ਖਾ ਕੇ ਉਹ ਸਰੀਰ ਦਾ ਕਹਿ ਲਓ ਵੀ ਬੇੜਾ ਹੀ ਗਰਕ ਕਰ ਦਿੰਦੇ ਨੇ। ਜੀ। ਜੇਕਰ ਕਿਸੇ ਨੂੰ ਧਾਤ ਪੈ ਰਹੀ ਹੈ ਜਾਂ ਕਿਸੇ ਦੇ ਅੰਦਰ ਗਰਮੀ ਪਹਿਲਾਂ ਪਈ ਹੋਈ ਹੈ, ਉਹਨੂੰ ਧਾਤ ਪੈਣਾ, ਜੇਕਰ ਆਪਾਂ ਉਹਨੂੰ ਇਹ ਕਹਿ ਸਕਦੇ ਹਾਂ ਵੀ ਪਿਸ਼ਾਬ ਦੇ ਨਾਲ ਜਿਹੜਾ ਉਹ ਵੀਰਜ ਬਾਹਰ ਨਿਕਲ ਜਾਣਾ, ਇਹਨੂੰ ਧਾਤ ਕਹਿੰਦੇ ਨੇ ਆਪਾਂ? ਹਾਂਜੀ, ਹਾਂਜੀ, ਜਿਸ ਤਰ੍ਹਾਂ ਮੰਨ ਕੇ ਚਲੋ ਲਿੰਗ ਦੇ ਵਿੱਚ ਇਰੈਕਸ਼ਨ ਥੋੜ੍ਹਾ ਜਿਹਾ ਆਇਆ, ਗਲਤ ਸੋਚਿਆ, ਤੇ ਜਦ ਉਸ ਤੋਂ ਬਾਅਦ ਜਦ ਬਾਥਰੂਮ ਜਾਣਾ ਨਾ, ਬਾਥਰੂਮ ਤੋਂ ਪਹਿਲਾਂ ਜਦ ਬਾਥਰੂਮ ਕਰਨ ਲੱਗਿਆ ਸਟਾਰਟਿੰਗ ਦੇ ਵਿੱਚ ਜਾਂ ਬਾਥਰੂਮ ਸਾਰਾ ਕਰਨ ਤੋਂ ਲਾਸਟ ਦੇ ਵਿੱਚ ਲੇਸਦਾਰ ਪਾਣੀ ਡਿੱਗਣਾ, ਉਹਨੂੰ ਕਹਿੰਦੇ ਧਾਤ ਪੈਣਾ। ਜੀ, ਜੀ, ਤੇ ਉਹ ਫਿਰ ਉੱਪਰੋਂ ਗਰਮ ਦਵਾਈਆਂ ਖਾ ਕੇ ਆਪ ਮੁਹਾਰੇ ਜਾਂ ਅਣਜਾਣ ਵੈਦਾਂ ਤੋਂ ਦਵਾਈਆਂ ਖਾ ਕੇ ਸਰੀਰ ਦਾ ਐਂ ਬੇੜਾ ਗਰਕ ਕਰਕੇ ਰੱਖ ਦਿੰਦੇ ਨੇ। ਵੀ ਜਿੰਨਾ ਚਿਰ ਉਹਨਾਂ ਦੇ ਅੰਦਰ ਗਰਮੀ ਨਹੀਂ ਨਿਕਲਦੀ, ਤੇ ਉਸ ਚੀਜ਼ ਦਾ ਉਹਨਾਂ ਨੂੰ, ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਹੁੰਦੀ, ਜਿਹੜੇ ਸੈਕਸ ਦੀਆਂ ਦਵਾਈਆਂ ਹੁੰਦੀਆਂ ਨੇ, ਇਹ ਸਰੀਰ ਦੀ ਪ੍ਰਕਿਰਤੀ ਦੇ ਹਿਸਾਬ ਨਾਲ ਦਿੱਤੀਆਂ ਜਾਂਦੀਆਂ ਨੇ। ਜੀ, ਜੀ, ਜੇਕਰ ਗਰਮੀ ਦਾ ਸ਼ਿਕਾਰ ਰੋਗੀ ਹੈ, ਉਹਨੂੰ ਪਹਿਲਾਂ ਉਹ ਗਰਮੀ ਉਹਦੀ ਨੂੰ ਦੂਰ ਕੀਤਾ ਜਾਂਦਾ, ਉਹਦੇ ਪੇਟ ਨੂੰ ਠੀਕ ਕੀਤਾ ਜਾਂਦਾ, ਉਹਦੇ ਮਿਹਦੇ ਮਸਾਨੇ ਦੀ ਜਿਹੜੀ ਗਰਮੀ ਨੂੰ ਕੱਢਿਆ ਜਾਂਦਾ ਹੈ। ਫਿਰ ਜੀ, ਉਹਦੇ ਸਰੀਰ ਦੀ ਪ੍ਰਕਿਰਤੀ ਦੇ ਹਿਸਾਬ ਨਾਲ ਦਵਾਈ ਦਿੱਤੀ, ਉਹੀ ਦਵਾਈ ਦਾ ਫਾਇਦਾ ਹੁੰਦਾ ਹੈ। ਤੇ ਜੇਕਰ ਗਰਮੀ ਦਾ ਸ਼ਿਕਾਰ ਰੋਗੀ ਹੈ, ਉੱਪਰੋਂ ਗਰਮ ਦਵਾਈਆਂ ਹੋਰ ਖਾ ਲਈਆਂ, ਕਿਸੇ ਵੈਦ ਤੋਂ ਲੈ ਕੇ ਜਾਂ ਆਪ ਮੁਹਾਰੇ ਤਿਆਰ ਕਰਕੇ ਜਾਂ ਕਿਸੇ ਕੰਪਨੀ ਤੋਂ ਮੰਗਾ ਕੇ ਖਾ ਲਈਆਂ, ਉਹਨਾਂ ਚੀਜ਼ਾਂ ਨੇ ਉਲਟਾ ਉਹਦੀ ਜ਼ਿੰਦਗੀ ਨੂੰ ਤਬਾਹ ਕਰਨਾ ਹੈ। ਜੀ, ਜੀ, ਰਹਿੰਦੀ ਖੁੰਹਦੀ ਕਸਰ ਜਿਹੜੀ ਮਾੜੀ ਮੋਟੀ ਉਹਨਾਂ ਨੇ ਖਰਾਬੀ ਪਾ ਦੇਣੀ ਹੈ ਸਰੀਰ ਦੇ ਅੰਦਰ। ਤੇ ਇਸ ਤਰ੍ਹਾਂ ਦਾ ਸਿਸਟਮ ਹੋ ਗਿਆ। ਦੂਸਰੀ ਗੱਲ, ਖਾਣ ਪੀਣ ਸਾਡਾ ਇਸ ਤਰ੍ਹਾਂ ਦਾ ਹੈ, ਹਰੇਕ ਚੀਜ਼ ਦੇ ਵਿੱਚ ਆਪਾਂ ਜ਼ਹਿਰ ਖਾ ਰਹੇ ਹਾਂ। ਦੁੱਧ ਦੇ ਵਿੱਚ ਯੂਰੀਆ ਆ ਰਿਹਾ ਹੈ, ਫਲਾਂ ਦੇ ਵਿੱਚ, ਉਹਨਾਂ ਦੇ ਵਿੱਚ ਵੀ ਤੁਹਾਨੂੰ ਪਤਾ ਆ ਕੀ ਸਿਸਟਮ ਚੱਲਦਾ ਪਿਆ, ਕੋਈ ਟੀਕੇ ਲਾਈ ਜਾਂਦੇ, ਕੋਈ ਦਵਾਈਆਂ ਪਾਈ ਜਾਂਦਾ, ਕੋਈ ਕਿੱਦਾਂ ਦੇ ਵੀ, ਸਿਰਫ ਮਾਰਕੀਟ ਕਰਨ ਵਾਸਤੇ, ਉਹ ਤਾਂ ਪੈਸਾ ਕਮਾਉਣ ਨੂੰ ਕਰ ਰਹੇ ਨੇ। ਜੀ, ਜੀ, ਦਵਾ ਸਬਜ਼ੀਆਂ ਜਿਹੜੀਆਂ ਬੇਮੌਸਮੀ ਸਬਜ਼ੀਆਂ ਆ ਰਹੀਆਂ ਨੇ, ਇਹਨਾਂ ਦੇ ਵਿੱਚ ਵੇਖੋ ਕਿੰਨਾ ਜ਼ਹਿਰ ਆ ਰਿਹਾ, ਸਪਰੇਆਂ ਦੇ ਸਿਰ ਤੇ ਹੋ ਰਹੀਆਂ ਨੇ। ਜੀ, ਜੀ, ਤੇ ਹਰੇਕ ਚੀਜ਼ ਦੇ ਵਿੱਚ, ਖਾਣ ਪੀਣ ਦੇ ਵਿੱਚ ਜ਼ਹਿਰ ਏ। ਤੇ ਇਹਦੇ ਵਿੱਚ ਸਿਸਟਮ ਦਾ, ਇਹਨਾਂ ਚੀਜ਼ਾਂ ਦਾ ਫਰਕ ਪੈਂਦਾ। ਦੂਸਰੀ ਗੱਲ, ਜਿਹੜੇ ਬੱਚੇ ਸੈਕਸ ਦੀਆਂ ਗੋਲੀਆਂ ਖਾਂਦੇ ਨੇ ਅੰਗਰੇਜ਼ੀ, ਜੀ, ਵੈਗਰਾ ਗੋਲੀ ਹੋ ਗਈ ਜਾਂ ਹੋਰ ਕਈਆਂ ਕੰਪਨੀਆਂ ਦੀਆਂ ਹੁੰਦੀਆਂ ਨੇ, ਉਹਨਾਂ ਦਾ ਸਮਝ ਲਓ ਵੀ ਉਹਨਾਂ ਦੇ ਬਹੁਤ ਵੱਡੇ ਸਾਈਡ ਇਫੈਕਟ ਨੇ। ਜੀ। ਕਿਸ ਤਰ੍ਹਾਂ ਦੇ ਸਾਈਡ ਇਫੈਕਟ ਨੇ? ਉਹਨਾਂ ਨੇ ਜਾਣੀ ਕਿ ਉਸ ਬੱਚੇ ਨੂੰ ਅੱਜ ਤਾਂ ਖਾ ਰਿਹਾ ਹੈ, ਜਿਵੇਂ ਹੁਣ ਕਈ ਛੋਟੀ ਗੋਲੀ ਖਾਂਦੇ ਨੇ, ਹੋਰ ਬਾਅਦ ਵਿੱਚ ਉਹਨਾਂ ਨੂੰ ਛੋਟੀ ਗੋਲੀ ਅਸਰ ਕਰਨੋਂ ਹਟ ਜਾਂਦੀ, ਫਿਰ ਉਦੋਂ ਵੱਡੀ ਡੋਜ਼ ਲੈਂਦੇ ਨੇ, ਫਿਰ ਉਦੋਂ ਵੱਡੀ ਡੋਜ਼ ਲੈਂਦੇ ਨੇ। ਅੱਜ ਤੇ ਖਾ ਰਿਹਾ, ਉਹ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਨਮਰਦ ਕਰਦੀਆਂ ਨੇ। ਜੀ, ਅੱਜ ਤੇ ਤੁਸੀਂ ਖਾ ਕੇ ਤੇ ਕਹਿ ਲਓ ਵੀ ਕਿਸੇ ਨਾਲ ਰਿਲੇਸ਼ਨ ਬਣਾ ਰਹੇ ਹੋ, ਤੇ ਤੁਹਾਡੇ 15-20 ਮਿੰਟ ਲੱਗ ਗਿਆ ਜਾਂ ਅੱਧਾ ਘੰਟਾ ਲੱਗ ਗਿਆ, ਪਰ ਬਾਅਦ ਵਿੱਚ ਇਹਨਾਂ ਚੀਜ਼ਾਂ ਦਾ ਹੌਲੀ ਤੁਹਾਨੂੰ ਖਮਿਆਜਾ ਐਸਾ ਭੁਗਤਣਾ ਪਏਗਾ ਵੀ ਇੱਕ ਦਿਨ ਤੁਸੀਂ ਬਿਲਕੁਲ ਜ਼ੀਰੋ ਹੋ ਜਾਓਗੇ। ਜੀ। ਤੇ ਇਹ ਇਹ ਦੱਸੋ ਕਿ ਜਦੋਂ ਇਹ ਇਸ ਤਰ੍ਹਾਂ ਦੀ ਜਿਹੜੀ ਸਰੀਰ ਦੇ ਅੰਦਰ ਜਿਹੜੀ ਹੈ ਉਹ ਅਲਾਮਤ ਆਉਂਦੀ ਹੈ, ਹਾਂਜੀ, ਕਮੀ ਕਮੀ ਆ ਜਾਂਦੀ ਹੈ, ਤਾਂ ਉਹ ਉਹਦੇ ਵਿੱਚ ਬੰਦਾ ਜਿਹੜਾ ਉਹ ਕੀ ਇਹ ਇੱਕ ਵਾਰੀ ਇਹ ਸਮਝ ਕੇ ਬੈਠ ਜਾਂਦਾ ਕਿ ਮੈਂ ਤਾਂ ਹੁਣ ਗਿਆ, ਮੇਰਾ ਧਰਤੀ ਤੇ ਆਉਣਾ ਬੇਕਾਰ ਹੋ ਗਿਆ, ਮੈਂ ਤਾਂ ਹੁਣ ਨਾਮਰਦ ਹੋ ਗਿਆ, ਤੇ ਮੈਨੂੰ ਹੁਣ ਮਰ ਜਾਣਾ ਚਾਹੀਦਾ ਹੈ, ਕਿ ਮੇਰੇ ਕੋਲੇ ਕੋਈ ਮੇਰੇ ਜੀਣ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ। ਕੀ ਇਸ ਚੀਜ਼ ਨੂੰ ਲੈ ਕੇ ਘਬਰਾਉਣ ਦੀ ਲੋੜ ਹੈ ਕਿ ਇਸ ਨੂੰ ਆਪਾਂ ਵੇਲੇ ਸਿਰ ਠੀਕ ਕਰ ਸਕਦਾ ਬੰਦਾ? ਵੇਖੋ ਜੀ, ਜਿਸ ਬੰਦੇ ਨੂੰ ਇਹ ਸਮੱਸਿਆ ਆ ਜਾਂਦੀ ਹੈ ਨਾ, ਪਹਿਲਾਂ ਤਾਂ ਉਹ ਚੰਗੀ ਤਰ੍ਹਾਂ ਆਪਣਾ ਆਪ ਲੁਟਾਉਂਦਾ ਹੈ। ਜੀ, ਠੀਕ ਹੈ ਜੀ। ਕਦੀ ਕਿਤੋਂ ਦਵਾਈ ਖਾ ਲਈ 10,000 ਦੀ, ਕਿਤੋਂ 20,000 ਦੀ ਖਾ ਲਈ, ਕਿਤੋਂ 30,000 ਦੀ ਖਾ ਲਈ, ਕਿਤੋਂ 5,000 ਦੀ ਖਾ ਲਈ, ਜਿੱਥੋਂ ਕਿਤੋਂ ਪੋਸਟਰ ਦੇਖਿਆ ਦਵਾਈ ਖਾ ਲਈ। ਜੀ, ਉਸ ਚੀਜ਼ ਨੂੰ ਇਹ ਦੇਖਣਾ ਪੈਂਦਾ, ਇੱਕ ਦੇਖੋ ਵੀ ਜੇ ਦਵਾਈ ਦੀ ਤੁਹਾਨੂੰ ਜ਼ਰੂਰਤ ਵੀ ਹੈ ਕਿ ਨਹੀਂ। ਜੀ, ਜੀ, ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ, ਜਦ ਇਹ ਸਮੱਸਿਆ ਆਉਂਦੀ ਹੈ ਨਾ, ਉਹ ਜ਼ਿਆਦਾਤਰ ਰੋਗੀ ਜਿਹੜੇ ਹੁੰਦੇ ਨੇ ਸੈਕਸ ਦੇ, ਉਹ ਡਿਪਰੈਸ਼ਨ ਦਾ ਸ਼ਿਕਾਰ ਜ਼ਿਆਦਾ ਹੋ ਜਾਂਦੇ ਨੇ। ਜੀ, ਜੀ, ਇਹੀ ਮੈਂ ਕਹਿ ਰਿਹਾ ਤੁਹਾਨੂੰ। ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਕਈਆਂ ਰੋਗੀਆਂ ਨੂੰ ਜਾਣੀ ਕਿ ਦਵਾਈ ਦੀ ਜ਼ਰੂਰਤ ਹੀ ਨਹੀਂ ਹੁੰਦੀ, ਉਹਨਾਂ ਦੇ ਦਿਮਾਗ ਦੇ ਵਿੱਚ ਇਹ ਭਰਿਆ ਹੁੰਦਾ ਵੀ ਸਾਡੇ ਅੰਦਰ ਕਮੀ ਹੈ, ਸਾਡੇ ਕੋਲ ਹੋਣਾ ਕੱਖ ਨਹੀਂ, ਕਿਉਂਕਿ ਇਹ ਜਿਹੜੀ ਸੈਕਸ ਦੀ ਖੇਡ ਸਾਰੀ ਦਿਮਾਗ ਤੋਂ ਪੈਦਾ ਹੁੰਦੀ ਹੈ। ਬਿਲਕੁਲ, ਬਿਲਕੁਲ।
ਜੇਕਰ ਬੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਏ, ਉਹ ਦਿਮਾਗ ਉਹਦਾ ਉਸ ਬੰਨੇ ਜਾ ਨਹੀਂ ਰਿਹਾ, ਆਪਣੇ ਆਪ ਨੂੰ ਹੀਣਾ ਸਮਝ ਰਿਹਾ, ਆਪਣੇ ਆਪ ਨੂੰ ਕਮਜ਼ੋਰ ਸਮਝ ਰਿਹਾ ਹੈ, ਤੇ ਜੀ, ਉਹ ਬੰਦੇ ਨੂੰ ਰੋਗ ਨਹੀਂ ਹੁੰਦਾ ਹੈਗਾ। ਕਈ ਬੰਦੇ ਵੈਸੇ ਹੀ ਉਹਨਾਂ ਨੂੰ ਰੋਗ ਕੋਈ ਨਹੀਂ ਹੁੰਦਾ ਹੈਗਾ। ਜੀ, ਦੂਸਰੀ ਗੱਲ ਉਹ ਸਮਝਦੇ ਕੀ ਨੇ, ਹੁਣ ਤੁਸੀਂ ਨੈਟ ਦੇ ਉੱਤੇ ਦੇਖਦੇ ਹੋ ਬਈ ਕੰਪਨੀਆਂ ਦੇ ਐਡ ਦਿੰਦੀਆਂ ਨੇ ਵੀ ਰਾਤੋਂ ਰਾਤ ਤੁਹਾਡਾ ਲਿੰਗ ਏਦਾਂ ਹੋ ਜਾਏਗਾ, ਵੱਡਾ ਹੋ ਜਾਏਗਾ, ਇੰਨਾ ਲੰਬਾ ਹੋ ਜਾਏਗਾ, ਆਹ ਹੋ ਜਾਏਗਾ, ਉਹ ਹੋ ਜਾਏਗਾ, ਇਸ ਤਰ੍ਹਾਂ 3-4 ਘੰਟੇ ਲੱਗਣਗੇ। ਉਹ ਬੰਦਾ ਇਸ ਗੱਲ ਨੂੰ ਸੋਚਦਾ ਮੇਰੇ ਤੇ 15-20 ਮਿੰਟ ਲੱਗ ਰਹੇ ਨੇ, ਹੂੰ, ਮੈਂ ਮੇਰੇ ਅੰਦਰ ਕਮੀ ਹੈ। ਉਹ ਬੰਦੇ ਦੇ ਦਿਮਾਗ ਦੇ ਵਿੱਚ ਗੱਲ ਬਹਿ ਜਾਂਦੀ ਹੈ। ਉਹ ਹੌਲੀ-ਹੌਲੀ ਬੰਦਾ ਆਪਣੇ ਆਪ ਨੂੰ ਆਪਣੇ ਅੰਦਰ ਕਮੀ ਮਹਿਸੂਸ ਕਰਨ ਲੱਗ ਜਾਂਦਾ ਹੈ, ਤੇ ਉਹ ਬੰਦਾ ਹੌਲੀ-ਹੌਲੀ ਕਹਿ ਲਓ ਵੀ ਉਹ ਆਪਣੀ ਦਿਮਾਗੀ ਤੌਰ ਤੇ ਉਹਨੂੰ ਡਿਪਰੈਸ਼ਨ ਹੋ ਜਾਂਦੀ ਹੈ। ਕਮੀ ਉਹਦੇ ਅੰਦਰ ਅੱਛਾ, ਕੋਈ ਨਹੀਂ ਅੱਛਾ, ਹੁੰਦੀ। ਇੱਥੇ ਮੈਂ ਤੁਹਾਨੂੰ ਇੱਕ ਰੋਕ ਰਿਹਾ, ਇੱਕ ਚੀਜ਼ ਮੈਨੂੰ ਇਹ ਦੱਸੋ ਕਿ ਇੱਕ ਆਮ ਤੰਦਰੁਸਤ ਇਨਸਾਨ, ਇੱਕ ਤੰਦਰੁਸਤ ਬੰਦੇ ਦਾ ਜਦੋਂ ਰਿਲੇਸ਼ਨ ਬਣਾਉਂਦਾ ਹੈ, ਉਸ ਦਾ ਟਾਈਮਿੰਗ ਕੀ ਹੋਣੀ ਚਾਹੀਦੀ ਹੈ? ਕਿੰਨੀ ਟਾਈਮਿੰਗ ਦੇ ਜਿਹੜੀ ਉਹਦੀ ਉਹ ਨਾਰਮਲ ਮੰਨੀ ਜਾਂਦੀ ਹੈ? ਵੇਖੋ ਜੀ, ਨਾਰਮਲ ਟਾਈਮਿੰਗ ਜਿਹੜੀ ਹੈ ਨਾ, 10 ਮਿੰਟ ਲੱਗ ਜਾਣ, 15 ਲੱਗ ਜਾਣ, 20 ਲੱਗ ਜਾਣ, ਜੀ, ਜੀ, ਠੀਕ। ਤੇ ਇਹ ਤੁਸੀਂ ਦੇਖੋ ਵੀ ਤੁਹਾਡੇ ਕੋਲ ਲੇਡੀ ਸੰਤੁਸ਼ਟ ਹੋ ਰਹੀ ਹੈ, ਜੀ, ਸੰਤੁਸ਼ਟ ਹੋ ਰਹੀ ਹੈ, ਯਾਨੀ ਕਿ ਲੇਡੀ ਸਹੀ ਜਿਹੜਾ ਟਾਈਮ ਹੈ ਨਾ ਤੰਦਰੁਸਤ ਬੰਦੇ ਦਾ, ਉਹਦਾ 8-10 ਮਿੰਟ ਤੋਂ ਲੈ ਕੇ 15-20 ਮਿੰਟ ਤੱਕ ਹੈ। ਬਾਕੀ ਜੀ, ਕਈਆਂ ਦਾ ਹੋ ਜਾਂਦਾ, ਕਿਉਂਕਿ ਸਰੀਰ ਦਾ ਸਿਸਟਮ ਹੁੰਦਾ ਆ, ਕਈਆਂ ਦੇ ਇਸ ਤੋਂ ਵੱਧ ਵੀ ਚੱਲ ਜਾਂਦਾ ਆ। ਜੀ, ਪਰ ਜੀ। ਜੇਕਰ ਕਿਸੇ ਇਨਸਾਨ ਦਾ ਕੁਝ ਇਹੋ ਜਿਹੀ ਗਲਤ ਚੀਜ਼ ਖਾਣ ਪੀਣ ਦੇ ਨਾਲ, ਜਾਂ ਕੋਈ ਨਸ਼ੀਲੀ ਚੀਜ਼, ਨਸ਼ਿਆਂ ਦੇ ਆਦੀ ਵੀ ਬੱਚੇ ਇਸੇ ਕਰਕੇ ਹੋ ਰਹੇ ਨੇ। ਨਹੀਂ, ਬਿਨਾਂ ਬਿਨਾਂ ਨਸ਼ੇ ਤੋਂ ਮੈਂ ਗੱਲ ਕਰ ਰਿਹਾ, ਤੰਦਰੁਸਤ ਇਨਸਾਨ। ਤੰਦਰੁਸਤ ਇਨਸਾਨ ਦਾ ਜੇਕਰ 5-7 ਮਿੰਟ ਤੋਂ ਲੈ ਕੇ 15-20 ਮਿੰਟ ਦੇ ਅੰਦਰ ਅੰਦਰ ਟਾਈਮ ਲੱਗ ਰਿਹਾ ਨਾ ਸੈਕਸ ਦੇ ਵਿੱਚ, ਤੇ ਉਹਨੂੰ ਕੋਈ ਰੋਗ ਨਹੀਂ। ਉਹਨੂੰ ਜੀ, ਆਪਣੇ ਅੰਦਰ ਕਮੀ ਨਹੀਂ ਮਹਿਸੂਸ ਕਰਨੀ ਚਾਹੀਦੀ ਵੀ ਮੈਂ ਕਮਜ਼ੋਰ ਹਾਂ ਜਾਂ ਮੇਰੇ ਅੰਦਰ ਕੋਈ ਕਮੀ ਹੈ। ਜੀ, ਜੀ, ਤੇ ਉਹਦੇ ਵਿੱਚ ਯਾਨੀ ਕਿ ਜਿੱਦਾਂ ਹੁਣ ਕਹਿ ਲਓ ਵੀ ਦੇਖਦੇ ਹਾਂ, ਦੂਸਰੀ ਗੱਲ ਇੱਕ ਚੱਲ ਰਹੀ ਹੈ, ਜੇ ਇਸ ਤਰ੍ਹਾਂ YouTube ਦੇ ਉੱਪਰ ਰਾਤੋਂ ਰਾਤ ਲਿੰਗ ਇੰਨਾ ਹੋ ਜਾਏਗਾ, ਓਨਾ ਹੋ ਜਾਏਗਾ। ਜੇਕਰ ਕਿਸੇ ਬੱਚੇ ਦਾ ਜਾਂ ਕਿਸੇ ਵੀਰ ਦਾ ਲਿੰਗ 5-6 ਇੰਚ ਤੱਕ ਹੈ ਨਾ, 4 ਇੰਚ ਤੋਂ ਉੱਪਰ ਹੈ ਨਾ, ਤੇ ਉਹਨੂੰ ਜੀ, ਕਿਸੇ ਜ਼ਰੂਰਤ ਨਹੀਂ, ਕੋਈ ਨਹੀਂ ਉਹਦੇ ਅੰਦਰ ਕਮੀ ਹੈਗੀ, ਬਸ ਕੋਈ ਗੱਲਬਾਤ ਨਹੀਂ ਹੈਗੀ। ਉਹ ਦੇਖ ਦਿਖਾਵਾ ਸੁਣ ਕੇ ਵੀ ਇਸ ਤਰ੍ਹਾਂ ਹੋ ਜਾਏਗਾ, ਉਸ ਤਰ੍ਹਾਂ ਹੋ ਜਾਏਗਾ, ਤੇ ਯਾਨੀ ਕਿ ਉਹ ਚੀਜ਼ ਦਿਮਾਗ ਦੇ ਵਿੱਚ ਫਿੱਟ ਬਹਿ ਜਾਂਦੀ ਹੈ ਵੀ ਸਾਡੇ ਅੰਦਰ ਕਮੀ ਹੈ, ਅਸੀਂ ਇਸ ਤਰ੍ਹਾਂ ਆ, ਸਾਨੂੰ ਕਮਜ਼ੋਰੀ ਹੈ, ਜਾਂ ਸਾਡਾ ਲਿੰਗ ਛੋਟਾ, ਕੁਝ ਨਹੀਂ ਹੁੰਦਾ ਹੈਗਾ। ਬਸ ਇਹ ਚੀਜ਼ਾਂ ਜਿਹੜੀਆਂ ਨਾ ਵਿਖਾਵੇ ਮਗਰ ਜਿਹੜਾ ਵੀ ਜਾਣਾ, ਇਹ ਚੀਜ਼ਾਂ ਗਲਤ ਨੇ। ਜੀ, ਜੀ। ਇਹ ਤਾਂ ਸਾਰੀ ਗੱਲ ਹੋ ਗਈ ਕਿ ਕਿਸ ਤਰੀਕੇ ਨਾਲ ਜਿਹੜਾ ਨੈਟ ਦੇ ਉੱਤੋਂ ਪੜ੍ਹ ਕੇ ਦਿਮਾਗ ਦੇ ਉੱਤੇ ਟੈਨਸ਼ਨ ਪੈਦਾ ਹੋ ਜਾਂਦੀ ਹੈ, ਤੇ ਕਿਸ ਤਰੀਕੇ ਜਿਹੜਾ ਉਹ ਗਲਤ ਦਵਾਈਆਂ ਲੈ ਲਿੱਤੀਆਂ ਜਾਂਦੀਆਂ ਹਨ। ਹੁਣ ਆਪਾਂ ਆਈਏ ਕਿ ਜਦੋਂ ਬੰਦੇ ਦੇ ਅੰਦਰ ਪਤਾ ਲੱਗ ਗਿਆ ਕਿ ਮੇਰੇ ਅੰਦਰ ਖਰਾਬੀ ਹੈਗੀ ਹੈ, ਤਾਂ ਉਸ ਦਾ ਆਪਾਂ ਨੇ ਇਲਾਜ ਕਰਾਉਣਾ ਹੈ। ਤੇ ਜਦੋਂ ਇਲਾਜ ਕਰਾਉਣਾ, ਤਾਂ ਉਸ ਨੂੰ ਪਹਿਲਾਂ ਆਪਾਂ ਨੇ ਕੀ ਚੀਜ਼ ਵੇਖਣੀ ਹੋਣੀ, ਕਿਹੜਾ ਟੈਸਟ ਕਰਾਉਣਾ ਪਏਗਾ ਵੀ ਕੀ ਪ੍ਰੋਬਲਮ ਹੈਗੀ ਆ ਬੋਡੀ ਦੇ ਅੰਦਰ, ਤੇ ਜਿਹੜੀ ਪ੍ਰੋਬਲਮ ਹੈਗੀ ਆ ਉਹਦਾ ਫਿਰ ਕੀ ਇਲਾਜ ਅੱਗੇ ਕਰਾਓਗੇ? ਟੈਸਟ ਵੇਖੋ ਜੀ, ਜਿਹੜੇ ਆਯੁਰਵੈਦ ਦੇ ਵਿੱਚ, ਇਹਦੇ ਵਿੱਚ ਕੋਈ ਟੈਸਟ ਨਹੀਂ ਹੁੰਦਾ ਹੈਗਾ। ਜੀ, ਸਿਰਫ ਰੋਗੀ ਦੀ ਜੋ ਕਿ ਨਬਜ਼ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਹੈ। ਜਦ ਆਪਣੇ ਨਬਜ਼ ਦੇਖਦੇ ਆ ਨਾ, ਨਬਜ਼ ਦੇ ਵਿੱਚ ਹੀ ਪਤਾ ਲੱਗ ਜਾਂਦਾ ਇਸ ਦੇ ਅੰਦਰ ਗਰਮੀ ਵਧੀ ਹੈ, ਜਾਂ ਇਹਦੇ ਅੰਦਰ ਕੀ ਕੀ ਰੋਗ ਹੈ, ਨਬਜ਼ ਤੋਂ ਪਤਾ ਲੱਗ ਜਾਂਦਾ ਹੈ। ਉਹ ਨਬਜ਼ ਦੇ ਮੁਤਾਬਕ ਹੀ ਫਿਰ ਅੱਗੇ ਰੋਗ ਹੁੰਦੇ ਨੇ ਉਹਨਾਂ ਦੀ। ਯਾਨੀ ਕਿ ਅਸੀਂ ਜਿਸ ਤਰ੍ਹਾਂ ਮੰਨ ਕੇ ਚਲੋ, ਕਿਸੇ ਨੂੰ ਗਰਮੀ ਅੰਦਰ ਪਈ ਹੋਈ ਹੈ, ਗਰਮੀ ਦੇ ਮੈਂ ਮੋਟੇ-ਮੋਟੇ ਲੱਛਣ ਦੱਸ ਦਿੰਦਾ। ਬਾਥਰੂਮ ਪੀਲਾ ਹੋਣਾ, ਬਾਥਰੂਮ ਨਾਲ ਜਲਨ ਹੋਣੀ, ਜੀ, ਜੀ, ਤੇ ਯਾਨੀ ਕਿ ਧਾਤ ਡਿੱਗਣੀ, ਫਿਰ ਉਸ ਤੋਂ ਅੱਗੇ ਸੁਪਨ ਦੋਸ਼ ਹੋਣਾ, ਜੀ, ਤੇ ਸੈਕਸ ਦੇ ਵਿੱਚ ਟਾਈਮਿੰਗ ਨਾ ਰਹਿਣੀ। ਇਹ ਗਰਮੀ ਜਦ ਅੰਦਰ ਪੈ ਜਾਂਦੀ ਹੈ, ਸ਼ੁਕਰਾਣੂਆਂ ਦਾ ਘੱਟ ਬਣਨਾ, ਸ਼ੁਕਰਾਣੂ ਨਾ ਬਣਨੇ ਜਾਂ ਨਿਲ ਸ਼ੁਕਰਾਣੂ ਹੋਣੇ, ਇਹ ਗਰਮੀ ਜਦ ਅੰਦਰ ਪੈ ਜਾਂਦੀ ਹੈ, ਗਰਮੀ ਅੰਦਰ ਜਿਹੜੀ ਹੈ, ਇਹਦੇ ਨਾਲ ਕਾਫ਼ੀ ਅੱਗੇ ਇਸ ਤਰ੍ਹਾਂ ਦੀਆਂ ਅਲਾਮਤਾਂ ਜਿਹੜੀਆਂ ਪੈਦਾ ਹੋ ਜਾਂਦੀਆਂ ਨੇ। ਤੇ ਉਸ ਗਰਮੀ ਨੂੰ ਪਹਿਲਾਂ ਜਿੰਨਾ ਚਿਰ ਨਹੀਂ ਨਾ ਠੀਕ ਕੀਤਾ ਜਾਂਦਾ, ਓਨਾ ਚਿਰ ਬੰਦਾ ਚਾਹੇ ਸੋਨਾ ਭਸਮ ਖਾ ਲਵੇ, ਚਾਹੇ ਹੀਰਾ ਭਸਮ ਖਾ ਲਵੇ, ਉਹ ਖਾਧੀ ਦਵਾਈ ਨਾ ਖਾਧੀ ਇੱਕ ਬਰਾਬਰ ਹੈ। ਜਿੰਨਾ ਟਾਈਮ ਦਵਾਈ ਖਾ ਲਓਗੇ, ਕੋਈ ਪਰਸੈਂਟ ਤੁਹਾਨੂੰ ਅਸਰ ਹੋ ਜਾਏਗਾ ਥੋੜਾ ਬਹੁਤਾ। ਜਦ ਦਵਾਈ ਬੰਦ ਕਰ ਦਿਓਗੇ, ਗਰਮੀ ਨੇ ਫੇਰ ਜ਼ੋਰ ਮਾਰ ਕੇ ਉਸੇ ਕੰਡੀਸ਼ਨ ਦੇ ਵਿੱਚ ਤੁਹਾਨੂੰ ਲੈ ਆਉਣਾ ਹੁੰਦਾ ਹੈ। ਜਿਹੜਾ ਸਹੀ ਮਾਇਨੇ ਦੇ ਵਿੱਚ ਇਲਾਜ ਹੈ ਇਸ ਚੀਜ਼ ਦਾ, ਸੈਕਸ ਦੇ ਰੋਗ ਦਾ, ਉਹ ਪ੍ਰਕਿਰਤੀ ਦੇ ਮੁਤਾਬਕ ਹੈ। ਜੇਕਰ ਮਰੀਜ਼ ਦਾ ਪੇਟ ਨਹੀਂ ਠੀਕ, ਉਸ ਦਾ ਪਹਿਲਾਂ ਪੇਟ ਠੀਕ ਕਰਨਾ ਪੈਂਦਾ ਹੈ। ਜੀ, ਉਹ ਕਬਜ਼, ਗੈਸ, ਸਾਰਾ ਸਿਸਟਮ ਜਿਹੜਾ, ਉਸ ਨੂੰ ਚੀਜ਼ ਨੂੰ ਸੈੱਟ ਕਰਨਾ ਪੈਂਦਾ। ਜੇਕਰ ਉਹ ਨੂੰ ਬਾਥਰੂਮ ਪੀਲਾ ਆ ਰਿਹਾ ਜਾਂ ਗਰਮੀ ਦੇ ਲੱਛਣ ਨੇ, ਉਹ ਗਰਮੀ ਉਹਦੀ ਕੱਢੀ ਜਾਂਦੀ ਹੈ ਅੰਦਰੋਂ, ਜਿਹੜੀ ਓਵਰ ਗਰਮੀ ਹੋਈ ਉਹਨੂੰ ਕੱਢਿਆ ਜਾਂਦਾ ਹੈ। ਉਸ ਤੋਂ ਜੀ, ਅੱਗੇ ਫਿਰ ਬਾਅਦ ਵਿੱਚ ਸੈਕਸ ਦਾ ਜਿਹੜਾ ਅੱਗੇ ਜਿਹੜਾ ਟਰੀਟਮੈਂਟ ਹੈ ਉਹ ਚੱਲਦਾ ਹੈ। ਤੇ ਜੇਕਰ ਉਹਦੇ ਉੱਪਰ ਗਰਮੀ ਪਹਿਲਾਂ ਪਈ ਹੋਈ ਏ, ਉਹਦੇ ਮੁਤਾਬਕ ਉਲਟ ਦਵਾਈਆਂ ਆਪ ਹੀ ਬੰਦਾ ਤਿਆਰ ਕਰਕੇ ਖਾਈ ਜਾਵੇ, ਜਾਂ ਕਿਸੇ ਤੋਂ ਲੈ ਕੇ ਖਾਈ ਜਾਵੇ, ਜਾਂ ਕੰਪਨੀਆਂ ਤੋਂ ਮੰਗਾ ਖਾਈ ਜਾਵੇ,
ਤੇ ਉਹਨਾਂ ਚੀਜ਼ਾਂ ਦੇ ਜਾਨੀ ਫਾਇਦੇ ਦੀ ਜਗ੍ਹਾ ਉਲਟੇ ਨੁਕਸਾਨ ਵੇਖਣ ਨੂੰ ਮਿਲਦੇ ਨੇ। ਜੀ, ਜੀ। ਤੇ ਹਾਂਜੀ। ਹੁਣ ਆਪਾਂ ਆਈਏ ਕਿ ਜਿਹੜਾ ਸਪਰਮਸ ਦਾ ਯਾਨੀ ਵੀਰਜ ਦਾ ਪਤਲਾ ਹੋਣਾ, ਤੇ ਇਹਦਾ ਸਭ ਤੋਂ ਪਹਿਲਾਂ ਇਹ ਦੱਸੋ ਵੀ ਇਹਦਾ ਜਿਹੜਾ ਕੀ ਇਲਾਜ ਹੈ? ਇਸ ਜੇ ਪਤਲਾ ਹੈਗਾ ਜਾਂ ਸੈੱਲ ਉਹਦੇ ਜਿਹੜੇ ਆਂਡੇ ਜਿਹੇ ਨੇ ਉਹ ਟੁੱਟਦੇ ਨਹੀਂ ਜਾਂ ਬਣਦੇ ਨਹੀਂ, ਉਹਨਾਂ ਚੀਜ਼ਾਂ ਦਾ ਕੀ ਇਲਾਜ ਆ? ਜਿਹੜੇ ਸਪਰਮ ਘੱਟ ਹੋਣੇ ਹੁੰਦੇ ਨਾ, ਇਹ ਇੱਕ ਤਾਂ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਗਲਤੀਆਂ ਕਰ ਲਈਆਂ, ਜਦ ਜੀ, ਜਵਾਨੀ ਚੜ੍ਹਨ ਤੋਂ ਪਹਿਲਾਂ ਖਤਮ ਕਰ ਦਿੱਤਾ ਸਰੀਰ ਨੂੰ, ਜੀ, ਜੀ, ਉਸ ਚੀਜ਼ ਦੇ ਨਾਲ ਵੀ ਇਸ ਚੀਜ਼ ਦਾ ਸੰਬੰਧ ਹੁੰਦਾ ਹੈ। ਜੀ। ਦੂਸਰੀ ਗੱਲ, ਜਦ ਅੰਦਰ ਗਰਮੀ ਹੀ ਇੰਨੀ ਵੱਧ ਜਾਂਦੀ ਹੈ ਨਾ, ਹੂੰ, ਉਸ ਗਰਮੀ ਦੇ ਨਾਲ ਕੀ ਹੁੰਦਾ ਹੈ ਵੀ ਉਹ ਗਰਮੀ ਵੀਰਜ ਨੂੰ ਪਾਣੀ ਵਾਂਗ ਪਤਲਾ ਕਰ ਦਿੰਦੀ ਹੈ। ਜੀ, ਪਾਣੀ ਜੀ, ਵਾਂਗ ਜਦ ਵੀਰਜ ਪਤਲਾ ਹੋ ਜਾਂਦਾ ਹੈ, ਉਹਦੇ ਵਿੱਚ ਜਿਹੜੇ ਡੈਡ ਸਪਰਮ ਜ਼ਿਆਦੇ ਹੁੰਦੇ ਨੇ, ਤੇ ਹੂੰ, ਜਿਹੜੇ ਬੱਚਾ ਪੈਦਾ ਕਰਨ ਵਾਲੇ ਸਪਰਮ ਨੇ, ਉਹਨਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ। ਜਾਂ ਹੂੰ, ਕਈਆਂ ਦਾ ਇੱਥੋਂ ਤੱਕ ਵੀ ਹੋ ਜਾਂਦਾ ਵੀ ਬਿਲਕੁਲ ਨਿਲ ਸ਼ੁਕਰਾਣੂ, ਜਿਹਨੂੰ ਆਪਾਂ ਨੂੰ ਆਪਾਂ ਕਹਿ ਦਿੰਦੇ ਹਾਂ, ਬਿਲਕੁਲ ਨਿਲ ਸ਼ੁਕਰਾਣੂ ਹੋ ਜਾਂਦੇ ਨੇ। ਜੀ, ਜੀ, ਤੇ ਉਸ ਚੀਜ਼ ਨੂੰ ਪਹਿਲਾਂ ਠੀਕ ਕੀਤਾ ਜਾਂਦਾ, ਪਹਿਲਾਂ ਪੇਟ ਦੇ ਰੋਗੀ ਦੇ ਪੇਟ ਨੂੰ ਠੀਕ ਕੀਤਾ ਜਾਂਦਾ, ਉਸ ਤੋਂ ਬਾਅਦ ਉਸ ਗਰਮੀ ਨੂੰ ਅੰਦਰੋਂ ਕੱਢਿਆ ਜਾਂਦਾ ਹੈ। ਕਈ ਮਰੀਜ਼ ਐਸੇ ਹੁੰਦੇ ਨੇ ਜਿਨ੍ਹਾਂ ਦੀ ਇਕੱਲੀ ਗਰਮੀ ਕੱਢਣ ਦੇ ਨਾਲ ਹੀ ਉਹਨਾਂ ਦਾ ਸਿਸਟਮ ਸੈੱਟ ਹੋਣ ਲੱਗ ਜਾਂਦਾ ਹੈ। ਅੱਗੇ ਜੀ, ਕਿਸੇ ਦਵਾਈ ਦੀ ਜ਼ਰੂਰਤ ਹੀ ਨਹੀਂ ਪੈਂਦੀ। ਜਦ ਜੀ, ਉਹਨਾਂ ਦੇ ਅੰਦਰ ਦੀ ਓਵਰ ਗਰਮੀ ਨਿਕਲ ਜਾਂਦੀ ਹੈ ਨਾ, ਤੇ ਉਹਨਾਂ ਦੇ ਜਿਹੜੇ ਸ਼ੁਕਰਾਣੂ ਨੇ ਵੈਸੇ ਹੀ ਬਣਨ ਲੱਗ ਜਾਂਦੇ ਨੇ। ਤੇ ਜੀ, ਜੀ, ਉਹ ਪੇਟ ਠੀਕ ਹੋ ਗਿਆ, ਗਰਮੀ ਅੰਦਰੋਂ ਨਿਕਲ ਗਈ, ਤੇ ਉਹ ਕਿਸੇ ਅੱਗੇ ਜਾਣੀ ਕਿ ਸ਼ੁਕਰਾਣੂਆਂ ਵਾਸਤੇ ਦਵਾਈ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੈਗੀ। ਇਸ ਜੀ, ਜੀ। ਤਰ੍ਹਾਂ ਸਿਸਟਮ ਹੈ ਕੁਲਵੰਤ ਸਿੰਘ ਜੀ, ਜਾਣੀ ਕਿ ਬਹੁਤ ਸਿਸਟਮ ਖਰਾਬ ਕੀਤਾ ਹੋਇਆ ਹੈ ਅਣਜਾਣ ਪੁਣੇ ਦੇ ਵਿੱਚ ਸਾਡੇ ਵੀਰਾਂ ਨੇ, ਸਾਡੇ ਬੱਚਿਆਂ ਨੇ, ਸਿਰਫ ਨਾ ਸਮਝੀ ਕਰਕੇ। ਜੀ, ਜੀ, ਜੀ। ਤੇ ਕੀ ਇਹਦੇ 'ਚ ਕੋਈ ਦਵਾਈ ਜਿਹੜੀ ਹੈਗੀ ਆ, ਜਿਵੇਂ ਸਪਰਮਸ ਦਾ ਨਾ ਬਣਨਾ, ਸਪਰਮਸ ਪਤਲੇ ਹੋਣਾ, ਜਾਂ ਜਿਹੜੇ ਸੈੱਲ ਉਹਦੇ ਵਿੱਚ ਜਿਹੜੇ ਨਾ ਬਣਨਾ, ਆਂਡੇ ਨਾ ਬਣਨਾ ਜਾਂ ਟੁੱਟੇ ਹੋਏ ਬਣਨਾ, ਇਹਦੇ ਲਈ ਫਿਰ ਆਪਾਂ ਆਯੁਰਵੇਦ ਦੇ ਵਿੱਚ ਕੀ ਦਵਾਈ ਹੁੰਦੀ ਹੈ ਜੀ? ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਸਾਰਾ ਸਿਸਟਮ ਪਹਿਲਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੈੱਟ ਕਰਕੇ ਨਾ, ਠੀਕ ਕਰਕੇ, ਉਸ ਹੂੰ, ਤੋਂ ਬਾਅਦ ਫਿਰ ਇਹਦੇ ਵਿੱਚ ਅਸੀਂ ਭਸਮਾਂ ਤਿਆਰ ਕਰਦੇ ਹਾਂ, ਕੁਸ਼ਤੇ ਹੁੰਦੇ ਨੇ। ਅੱਛਾ, ਕੁਸ਼ਤੇ ਹੁੰਦੇ ਨੇ, ਉਹ ਭਸਮਾਂ ਤਿਆਰ ਕੀਤੀਆਂ ਹੁੰਦੀਆਂ ਨੇ। ਉਹ ਦਵਾਈ ਦੀ ਮਾਤਰਾ ਸਿਰਫ ਇੱਕ ਡੱਬੀ ਦੀ ਤੀਲ ਦੇ ਉੱਪਰ ਪਾ ਕੇ, ਇੱਕ ਚੌਲਾਂ ਦੇ ਦਾਣੇ ਜਿੰਨੀ ਖਾਣੀ ਹੁੰਦੀ ਏ, ਤੇ ਓਕੇ। ਮੱਖਣ ਦੇ ਵਿੱਚ ਦਵਾਈ ਨੂੰ ਧਰ ਕੇ ਖਾ ਕੇ ਉੱਪਰੋਂ ਦੁੱਧ ਪੀ ਲੈਣਾ ਹੁੰਦਾ ਹੈ। ਜੀ, ਜੀ, ਉਹਦੇ ਵਿੱਚ ਭਸਮਾਂ ਹੁੰਦੀਆਂ ਨੇ, ਉਹ ਜਦ ਸਿਸਟਮ ਦਾ ਅੰਦਰਲੇ ਨੂੰ ਜਾ ਕੇ ਸੈੱਟ ਕਰ ਦਿੰਦੀਆਂ ਨੇ, ਤੇ ਚਾਹੇ ਬਿਲਕੁਲ ਨਿਲ ਸ਼ੁਕਰਾਣੂ ਨੇ, ਚਾਹੇ ਕੁਝ ਘੱਟ ਸ਼ੁਕਰਾਣੂ ਨੇ, ਤੇ ਉਹ ਲਗਭਗ 40-45 ਦਿਨ ਦੇ ਵਿੱਚ ਬਿਲਕੁਲ ਸਿਸਟਮ ਜਿਹੜਾ ਸੈੱਟ ਹੋ ਜਾਂਦਾ ਹੈ। ਉਹ ਜਿਹੜੇ ਸ਼ੁਕਰਾਣੂ ਨੇ ਉਹ ਬਿਲਕੁਲ ਠੀਕ ਹੋ ਜਾਂਦੇ ਨੇ, ਜੀ, ਜੀ, ਤੇ ਉਹ ਸਮੱਸਿਆ ਜਿਹੜੀ ਵੀ ਹੈ ਸ਼ੁਕਰਾਣੂਆਂ ਦੀ ਸੈੱਟ ਹੋ ਜਾਂਦੀ ਹੈ, ਬਿਲਕੁਲ ਠੀਕ ਹੋ ਜਾਂਦੀ ਹੈ। ਜੀ, ਤੇ ਇਸੇ ਤੇ ਤਰ੍ਹਾਂ ਜੀ, ਨਮਰਦੀ ਹੈ ਜਾਂ ਧਾਂ, ਤੇ ਉਸ ਚੀਜ਼ ਨੂੰ ਵੀ ਇਸੇ ਤਰ੍ਹਾਂ ਹੀ ਠੀਕ ਕੀਤਾ ਜਾਂਦਾ ਹੈ। ਯਾਨੀ ਕਿ ਪਹਿਲਾਂ ਸਾਰਾ ਸਿਸਟਮ ਅੰਦਰਲਾ ਠੀਕ ਕਰਕੇ, ਉਸ ਤੋਂ ਬਾਅਦ ਫਿਰ ਇਹ ਅੱਗੇ ਜਾਣੀ ਕਿ ਉਹਦਾ ਟਰੀਟਮੈਂਟ ਕੀਤਾ ਜਾਂਦਾ ਹੈ, ਤੇ ਉਹ ਵੀ ਸਮੱਸਿਆ ਜਿਹੜੀ ਬਿਲਕੁਲ ਜੜ ਤੋਂ ਠੀਕ ਹੋ ਜਾਂਦੀ ਹੈ। ਇੱਕ ਤੁਸੀਂ ਗੱਲ ਦੱਸੀ ਵੀ ਭਸਮਾਂ ਜਿਹੜੀਆਂ ਨੇ ਉਹਦੇ 'ਚ ਤਿਆਰ ਕੀਤੀਆਂ ਜਾਂਦੀਆਂ ਨੇ। ਇਹ ਪਿਛਲੀ ਵਾਰ ਤੁਸੀਂ ਇੱਕ ਵਿਧੀ ਦੱਸੀ ਸੀ, ਕਿਸ ਤਰੀਕੇ ਨਾਲ ਆਪਾਂ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਾਂ, ਉਹ ਸਾਰਾ ਤੁਸੀਂ ਲਿਖਾਇਆ ਸੀ, ਤੇ ਜਿਹੜੇ ਤਾਂ ਕਿ ਬੰਦੇ ਘਰੇ ਵੀ ਬੈਠ ਕੇ ਉਹਨੂੰ ਤਿਆਰ ਕਰ ਸਕਦੇ ਨੇ। ਕੀ ਇਸ ਵਾਰ ਤੁਸੀਂ ਦੱਸਣਾ ਪਸੰਦ ਕਰੋਗੇ ਕਿ ਕਿਸ ਤਰੀਕੇ ਨਾਲ ਜਿਹੜੀਆਂ ਭਸਮਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਨੇ? ਇਹਦੇ ਵਿੱਚ ਕੁਲਵੰਤ ਸਿੰਘ ਜੀ, ਸਾਨੂੰ ਦੱਸਣ 'ਚ ਤੇ ਕੋਈ ਇਤਰਾਜ਼ ਨਹੀਂ ਹੈਗਾ, ਸਾਨੂੰ ਦੱਸ ਦਿਆਂਗੇ, ਕਿਉਂਕਿ ਸਾਡਾ ਤਾਂ ਫਰਜ਼ ਦੱਸਣਾ। ਪਰ ਜੀ, ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਵੀ ਇਹ ਜਿਹੜੇ ਨੁਸਖੇ ਨਾ, ਜਿਸ ਤਰ੍ਹਾਂ ਚਲੋ ਜੜੀਆਂ ਬੂਟੀਆਂ ਦੇ ਜਿਹੜੇ ਨੁਸਖੇ ਹੁੰਦੇ ਨੇ, ਉਹ ਤਾਂ ਹੂੰ, ਆਮ ਵੀਰ ਘਰ ਆਪਣੇ ਤਿਆਰ ਕਰ ਸਕਦੇ ਨੇ। ਜੀ, ਤੇ ਜੀ, ਇਹਦੇ ਵਿੱਚ ਜਿਹੜੀਆਂ ਭਸਮਾਂ ਤਿਆਰ ਕਰਨੀਆਂ, ਕੁਸ਼ਤੇ ਤਿਆਰ ਕਰਨੇ, ਇਹ ਕਹਿ ਲਵੋ ਵੀ ਅਣਜਾਣ ਵੈਦ ਵੀ ਨਹੀਂ ਕਰ ਸਕਦਾ। ਇਹ ਬਹੁਤ ਬਰੀਕੀ ਦਾ ਕੰਮ ਹੁੰਦਾ ਹੈ। ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਅੱਗੇ ਜਦ ਵੀਡੀਓ ਬਣਾਈ ਤੇ ਉਹਦੇ ਵਿੱਚ ਤੁਹਾਨੂੰ ਦੱਸਾਂਗਾ, ਕੁਝ ਜੜੀਆਂ ਬੂਟੀਆਂ ਦੱਸ ਦਿਆਂਗਾ। ਤੇ ਭਸਮਾਂ ਜਿਹੜੀਆਂ ਫਿਰ ਉਹਦੇ ਵਿੱਚ ਇਸ ਤਰ੍ਹਾਂ ਹੋਵੇਗਾ ਵੀ ਕਿਸੇ ਵੈਦ ਤੋਂ ਲੈ ਕੇ ਪਾਉਣੀਆਂ ਪੈਣਗੀਆਂ, ਕਿਉਂਕਿ ਕੰਪਨੀਆਂ ਦੀ ਭਸਮਾਂ ਦੇ ਇੰਨੇ ਰਿਜ਼ਲਟ ਨਹੀਂ ਮਿਲਦੇ ਹੈਗੇ। ਜਿਸ ਜੀ, ਵਿਧੀ ਦੇ ਨਾਲ ਅਸੀਂ ਦੱਸਾਂਗੇ ਨਾ, ਜਿਸ ਤਰ੍ਹਾਂ ਸ਼ੁਕਰਾਣੂਆਂ ਵਾਸਤੇ, ਹੂੰ, ਹੂੰ, ਉਹਦੇ ਵਿੱਚ ਵੈਸੇ ਤਾਂ ਇਸ ਚੀਜ਼ ਦੇ ਉੱਪਰ ਯਾਨੀ ਕਿ ਜਿੱਦਾਂ ਪੁਸ਼ਤੇ ਹੀ ਕੰਮ ਕਰਦੇ ਨੇ, ਸੈਕਸ ਦੇ ਕੋਈ ਵੀ ਰੋਗ ਹੈ, ਤੇ ਜੀ, ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਜੇਕਰ ਆਪਾਂ ਨਾਲ ਜੜੀਆਂ ਬੂਟੀਆਂ ਲਾ ਦਿਆਂਗੇ, ਤੇ ਉਹਨਾਂ ਵਿੱਚ ਵੀ ਫਿਰ ਪੁਸ਼ਤੇ ਮਿਕਸ ਕਰਨੇ ਪੈਣਗੇ। ਹੂੰ, 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 ਤੇ ਉਹਦੇ ਵਿੱਚ ਫਿਰ ਪੁਸ਼ਤਿਆਂ ਦੀ ਮਾਤਰਾ ਥੋੜ੍ਹੀ ਘੱਟ ਕਰ ਦਿੱਤੀ ਜਾਂਦੀ ਹੈ ਭਸਮਾਂ ਦੀ, ਤੇ ਕੁਝ ਨਾਲ ਜੜੀਆਂ ਬੂਟੀਆਂ ਲਾ ਦਿੱਤੀਆਂ ਜਾਂਦੀਆਂ ਨੇ। ਤੇ ਕੱਲੀਆਂ ਜੜੀਆਂ ਬੂਟੀਆਂ ਦੇ ਇਹਨਾਂ ਚੀਜ਼ਾਂ ਦੇ ਉੱਪਰ ਜਿਹੜੇ ਨੇ ਇੰਨੇ ਵਧੀਆ ਫਾਇਦੇ ਨਹੀਂ ਮਿਲਦੇ ਹੈਗੇ। ਤੇ ਉਹਦੇ ਵਿੱਚ ਮੈਂ ਦੱਸ ਦਿਆਂਗਾ, ਤੇ ਉਹ ਫਿਰ ਜਿਹੜੇ ਵੀਰ ਨੇ ਸਾਡੇ, ਉਹ ਫਿਰ ਕਿਸੇ ਤੋਂ ਤਿਆਰ ਕਰਵਾ ਲੈ ਸਕਦੇ ਨੇ, ਜਿਸ ਤਰ੍ਹਾਂ ਵੀ ਕੋਈ ਲਾਗੇ ਬੰਨੇ ਹੁੰਦਾ ਹੀ ਹੈ ਵੈਦ ਹਕੀਮ, ਤੇ ਹੂੰ। ਉਹ ਇਸ ਸਮੱਸਿਆ ਤੋਂ ਜਿਹੜਾ ਕਿ ਛੁਟਕਾਰਾ ਪਾ ਸਕਦੇ ਨੇ, ਜਿਹੜੇ ਸਪਰਮ ਘੱਟ ਹੋਣ ਦੀ ਵੀ। ਨਰਿੰਦਰ ਸਿੰਘ ਜੀ, ਇੱਕ ਜਿਹੜੀ
ਆਮ ਧਾਰਨਾ ਬਣੀ ਪੈਂਦੀ ਹੈ ਕਿ ਤੁਸੀਂ ਵੀ ਇਹ ਗੱਲ ਕਹਿੰਦੇ ਹੋ ਵੀ ਕਈਆਂ ਦੇ ਦਿਮਾਗ ਦੇ ਵਿੱਚ ਬੈਠ ਜਾਂਦਾ ਹੈ ਕਿ ਮੈਂ ਤਾਂ ਇਸ ਕਾਬਿਲ ਨਹੀਂ ਹੈਗਾ। ਇਸੇ ਤਰ੍ਹਾਂ ਕੁਝ ਤੰਦਰੁਸਤ ਬੰਦਿਆਂ ਦੇ ਦਿਮਾਗ ਦੇ ਵਿੱਚ ਇਹ ਬੈਠ ਜਾਂਦਾ ਹੈ ਕਿ ਮੈਂ ਸ਼ਾਇਦ ਅੱਗੇ ਆਉਣ ਵਾਲੇ ਕੁਝ ਚਿਰ ਦੇ ਵਿੱਚ ਮੈਂ ਸੈਕਸ ਦੇ ਕਾਬਿਲ ਨਹੀਂ ਰਹਾਂਗਾ, ਜਾਂ ਮੈਨੂੰ ਆਪਣੇ ਦਿਮਾਗ ਦੇ ਵਿੱਚ ਬੈਠ ਜਾਂਦਾ ਕਿ ਮੈਨੂੰ ਕਮਜ਼ੋਰੀ ਨਾ ਹੋ ਜਾਵੇ ਜਾਂ ਮੈਂ ਕਮਜ਼ੋਰ ਤਾਂ ਨਹੀਂ ਹੈਗਾ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਕੀ ਤੁਸੀਂ ਇਹ ਉਹਨਾਂ ਨੂੰ ਸਲਾਹ ਦੇਣੀ ਪਸੰਦ ਕਰੋਗੇ, ਕੋਈ ਇਹੋ ਜਿਹੀ ਜਿਹੜੀ ਕਿ ਉਹ ਕੁਝ ਇਹੋ ਜਿਹਾ ਲੈਂਦੇ ਰਹਿਣ, ਜਿਸ ਤਰ੍ਹਾਂ ਸ਼ਿਲਾਜੀਤ ਹੋ ਗਿਆ, ਕੋਈ ਇਹੋ ਜਿਹੀਆਂ ਚੀਜ਼ਾਂ ਲੈਂਦੇ ਰਹਿਣ ਤਾਂ ਕਿ ਉਹਦੇ ਨਾਲ ਉਹਨਾਂ ਨੂੰ ਇਹ ਕਮਜ਼ੋਰੀ ਆਏ ਹੀ ਨਾ? ਇਸ ਤਰ੍ਹਾਂ ਜੀ ਕੁਲਵੰਤ ਸਿੰਘ ਜੀ, ਇਹ ਜਿਹੜੀ ਕਮਜ਼ੋਰੀ ਹੈ ਨਾ, ਇਹ ਤਕਰੀਬਨ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸ ਰਿਹਾ ਸਾਡਾ ਖਾਣ-ਪੀਣ ਹੈ, ਇਹ ਤਕਰੀਬਨ ਲਗਭਗ 40 ਤੋਂ ਬਾਅਦ ਬੰਦੇ ਨੂੰ ਆਉਣੀ ਹੁੰਦੀ ਹੈ। ਜੀ, ਆਉਂਦੀ ਹੈ। ਕਿਉਂਕਿ ਜਿਸ ਤਰ੍ਹਾਂ ਹੁਣ ਬੱਚੇ ਸਾਡੇ ਦੱਸ ਰਿਹਾ ਮੈਂ ਵੀ ਉਹਨਾਂ ਨੂੰ ਜਵਾਨੀ ਉਮਰ ਦੇ ਵਿੱਚ ਮਹਿਸੂਸ ਨਹੀਂ ਹੁੰਦਾ। ਜਦ 25-30 ਤੱਕ ਚੱਲ ਜਾਂਦੇ ਫਿਰ ਕੁਦਰਤੀ ਤੌਰ ਤੇ ਜਦ ਉਹਨਾਂ ਦਾ 30 ਤੋਂ ਟੱਪਦੇ ਨਾ, ਕੁਦਰਤੀ ਤੌਰ ਤੇ ਉਹਨਾਂ ਦਾ ਜਿਹੜਾ ਜੋਸ਼ ਥੋੜਾ ਘਟ ਜਾਂਦਾ ਹੈ। ਫਿਰ ਹੂੰ, ਉਹਨਾਂ ਨੂੰ ਜਿਹੜੀ ਬਚਪਨ ਦੀ ਕੀਤੀ ਹੋਈ ਗਲਤੀ ਹੁੰਦੀ, ਫਿਰ ਉਹਨਾਂ ਨੂੰ ਉਹ ਮਹਿਸੂਸ ਹੋਣ ਲੱਗ ਜਾਂਦੀ ਉਦੋਂ ਤਾਂ ਜਵਾਨੀ ਦੇ ਵਿੱਚ ਜੋਸ਼ ਹੁੰਦਾ, ਉਦੋਂ ਪਤਾ ਨਹੀਂ ਲੱਗਦਾ ਹੈਗਾ ਬੰਦਾ ਵੀ ਉਮਰ ਹੀ ਏਦਾਂ ਦੀ ਹੁੰਦੀ ਹੈ। ਤੇ ਹੂੰ, ਜਦ ਕੁਦਰਤੀ ਤੌਰ ਤੇ ਫ਼ਰਕ ਪੈਂਦਾ ਨਾ, ਫਿਰ ਉਹ ਕਹਿ ਲਓ ਵੀ ਜਿਸ ਤਰ੍ਹਾਂ ਪੁਰਾਣੀਆਂ ਸੱਟਾਂ ਜਿਹੜੀਆਂ ਹੁੰਦੀਆਂ ਨੇ, ਉਹ ਹੌਲੀ-ਹੌਲੀ ਨਿਕਲਦੀਆਂ ਨੇ। ਫਿਰ ਉਹ ਚੀਜ਼ਾਂ ਬਾਅਦ ਵਿੱਚ ਹੌਲੀ-ਹੌਲੀ ਉਹਨਾਂ ਦੇ ਪਤਾ ਹੀ ਲੱਗਦੇ ਨੇ ਵੀ ਮੈਂ ਆਹ ਗਲਤੀਆਂ ਕੀਤੀਆਂ ਸਨ, ਤੇ ਉਹ ਫਿਰ ਕਮਜ਼ੋਰੀ ਜਿਹੜੀ ਮਹਿਸੂਸ ਹੁੰਦੀ ਹੈ। ਤੇ ਇਹਦੇ ਵਿੱਚ ਖਾਣ-ਪੀਣ ਜਿਹੜਾ ਵਧੀਆ ਰੱਖਿਆ ਜਾਵੇ, ਬਾਜ਼ਾਰੀ ਚੀਜ਼ਾਂ ਤੋਂ ਬਚਿਆ ਜਾਵੇ, ਤਲੀਆਂ ਚੀਜ਼ਾਂ ਜਿਹੜੀਆਂ, ਜਾਂ ਇੱਕ ਜਿਹੜੀ ਨਮਰਦੀ ਦੇ ਵਿੱਚ ਜਿਹੜੀ ਨਾ ਸਾਡੇ ਵੀਰਾਂ ਨੂੰ ਜਾਂ ਸਾਡੇ ਬੱਚਿਆਂ ਨੂੰ ਇਹ ਜਿਹੜੀ ਖਟਿਆਈ ਖਾਣੀ ਹੈ ਨਾ, ਇਹ ਸਭ ਤੋਂ ਮਾੜੀ ਹੈ। ਜੀ, ਜੀ, ਜਿਸ ਤਰ੍ਹਾਂ ਆਪਾਂ ਹੁਣ ਵਿਆਹਾਂ ਦੇ ਵਿੱਚ ਜਾਂਦੇ ਹਾਂ ਜਾਂ ਓਦਾਂ ਕਿਤੇ ਕਹਿ ਲਓ ਵੀ ਇਮਲੀ ਜਿਹੜੀ ਖਟਿਆਈ ਹੁੰਦੀ ਹੈ, ਸਮੋਸਿਆਂ ਦੇ ਖਾਂਦੇ ਜਾਂ ਇਹੋ ਜਿਹੀਆਂ ਚੀਜ਼ਾਂ ਖਾਂਦੇ ਆ, ਉਹਨਾਂ ਦੇ ਨਾਲ ਜਿਹੜੀ ਇਮਲੀ ਲੱਗਦੀ ਹੈ ਨਾ, ਉਹ ਤੋਂ ਹੂੰ, ਜਿੰਨਾ ਪਰਹੇਜ਼ ਕੀਤਾ ਜਾਏ ਓਨੀ ਵਧੀਆ। ਇਸ ਤਰ੍ਹਾਂ ਦੂਸਰੀਆਂ ਚਟਨੀਆਂ ਹੁੰਦੀਆਂ ਨੇ, ਇੱਕ ਤੁਸੀਂ ਦੇਖੀ ਹੋਏਗੀ, ਇੱਕ ਮਿੱਠੀ ਚਟਨੀ ਹੁੰਦੀ ਹੈ, ਇੱਕ ਥੋੜ੍ਹੀ ਜੀ, ਜੀ, ਮਿਰਚਾਂ ਵਾਲੀ, ਜੀ, ਉਹਨੂੰ ਵਰਤ ਸਕਦੇ ਨੇ, ਉਹਦਾ ਕੋਈ ਨੁਕਸਾਨ ਨਹੀਂ। ਜਿਹੜੀ ਇਹ ਇਮਲੀ ਹੈ ਨਾ, ਇਮਲੀ ਹੂੰ, ਜਿਹੜੀ ਖੱਟੀ ਚੀਜ਼ ਹੈ, ਇਹ ਚੀਜ਼ ਯਾਨੀ ਕਿ ਬਹੁਤ ਇਹਨਾਂ ਦੇ ਸੈਕਸ ਦੇ ਵਿੱਚ ਨੁਕਸਾਨ ਕਰਦੀ ਹੈ। ਤੇ ਬਾਕੀ ਜਿਹੜਾ ਸਾਦਾ ਵਧੀਆ ਖਾਣ-ਪੀਣ ਹੋਵੇ, ਜਿਹਦੇ ਵਿੱਚ ਆਪਣਾ ਕੋਈ ਇਹੋ ਜਿਹੀਆਂ ਤਲੀਆਂ ਚੀਜ਼ਾਂ ਨਾ ਹੋਣ, ਖੱਟੀਆਂ ਚੀਜ਼ਾਂ ਨਾ ਹੋਣ, ਤੇ ਚਲੋ ਜਿਹੜੀ ਕੁਦਰਤੀ ਤੌਰ ਤੇ ਕਮਜ਼ੋਰੀ ਆਉਣੀ ਹੈ, ਉਹ ਤਾਂ ਫਿਰ ਆਉਣੀ ਹੈ ਜਦ ਬੰਦੇ ਦੀ ਏਜ ਜਿਹੜੀ ਓਵਰ ਹੋਣੀ ਹੈ। ਤੇ ਕੋਈ ਤਕਰੀਬਨ ਬਚਪਨ ਦੇ ਵਿੱਚ ਗਲਤੀਆਂ ਇਹੋ ਜਿਹੀਆਂ ਪੁੱਠੀਆਂ ਨਾ ਕੀਤੀਆਂ ਹੋਣ, ਤਾਂ ਤਕਰੀਬਨ ਜ਼ਿਆਦਾ ਤੇ ਟਾਈਮ ਯਾਨੀ ਕਿ ਸਮੱਸਿਆ ਆਉਂਦੀ ਨਹੀਂ ਹੈਗੀ ਸੈਕਸ ਦੀ ਕੋਈ ਵੀ। ਤੇ ਜੀ। ਉਦੋਂ ਹੀ ਸਮੱਸਿਆ ਆਉਂਦੀ ਹੈ ਜਦ ਇੱਕ ਤਾਂ ਗਲਤੀਆਂ ਕੀਤੀਆਂ ਹੁੰਦੀਆਂ, ਦੂਸਰਾ ਉੱਪਰੋਂ ਖਾਣ-ਪੀਣ ਸਾਡਾ ਗਲਤ ਹੋ ਗਿਆ। ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਜਦ ਮੁੜ ਕੇ ਅੱਗੇ-ਅੱਗੇ ਫਿਰ ਉਮਰ ਵੱਧਦੀ ਜਾਂਦੀ ਹੈ, ਤੇ ਫਿਰ ਉਹ ਉਮਰ ਦੇ ਹਿਸਾਬ ਨਾਲ ਫਿਰ ਕਮਜ਼ੋਰੀ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਹੈ। ਹੂੰ, ਹੂੰ, ਹੂੰ। ਹਾਂਜੀ, ਇਹ ਇਸ ਤਰ੍ਹਾਂ ਦਾ ਸਿਸਟਮ ਹੈ ਜੀ। ਜੀ, ਨਰਿੰਦਰ ਸਿੰਘ ਜੀ, ਤੁਹਾਡਾ ਸਿਹਤ ਸੁਧਾਰ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ। ਸੋ ਇਹ ਸਨ ਨਰਿੰਦਰ ਸਿੰਘ, ਜਿਨ੍ਹਾਂ ਨੇ ਸਾਨੂੰ ਵਡਮੁੱਲੀ ਜਾਣਕਾਰੀ ਦਿੱਤੀ ਹੈ ਕਿ ਸੈਕਸ ਸੰਬੰਧੀ ਜਿਹੜੀਆਂ ਬਚਪਨ ਦੀਆਂ ਗਲਤੀਆਂ ਕੀਤੀਆਂ ਹੋਈਆਂ ਨੇ, ਉਹਨਾਂ ਦੇ ਨਾਲ ਅੱਗੇ ਚੱਲ ਕੇ ਇਨਸਾਨੀ ਸਰੀਰ ਦੇ ਵਿੱਚ ਕਿਸ ਤਰੀਕੇ ਦੀਆਂ ਜਿਹੜੀਆਂ ਅਲਾਮਤਾਂ ਪੈਦਾ ਹੁੰਦੀਆਂ ਨੇ, ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬੰਦੇ ਉਹ ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਕਿਸ ਤਰੀਕੇ ਦੇ ਨਾਲ ਜਿਹੜਾ ਘਰ ਜਿਹੜੇ ਨੇ ਉਹ ਬਰਬਾਦ ਹੋ ਜਾਂਦੇ ਨੇ, ਕਿਉਂਕਿ ਕਈ ਬੰਦੇ ਜਿਹੜੇ ਆਤਮ ਹੱਤਿਆ ਕਰ ਜਾਂਦੇ ਨੇ, ਆਪਸ ਦੇ ਵਿੱਚ ਲੜਾਈ ਝਗੜਿਆਂ ਦੇ ਕਾਰਨ ਬਣਦੇ ਨੇ ਪਤੀ ਪਤਨੀ ਦੇ ਵਿੱਚ, ਤੇ ਇੱਥੋਂ ਤੱਕ ਕਿ ਜਿਹੜਾ ਹੈਗਾ ਉਹ ਤਲਾਕ ਤੱਕ ਦੀ ਨੌਬਤ ਪਹੁੰਚ ਜਾਂਦੀ ਹੈ। ਪਰ ਨਰਿੰਦਰ ਸਿੰਘ ਜੀ ਦਾ ਕਹਿਣਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਇਲਾਜ ਹਨ, ਤੇ ਆਯੁਰਵੇਦ ਦੇ ਵਿੱਚ ਸਾਨੂੰ ਬਹੁਤ ਕੁਝ ਦੱਸਿਆ ਗਿਆ ਹੈ। ਉਹਦੇ ਮੁਤਾਬਕ ਅਗਰ ਜੇ ਆਪਾਂ ਚੱਲਦੇ ਹਾਂ ਤਾਂ 1 ਤੋਂ 1.5 ਮਹੀਨੇ ਦੇ ਵਿੱਚ ਜਿਹੜਾ ਉਹ ਸਾਰੀ ਜਿਹੜੀ ਤਾਕਤ ਹੈ, ਖੋਈ ਹੋਈ ਤਾਕਤ ਹੈ, ਉਹ ਫਿਰ ਦੁਬਾਰਾ ਹਾਸਲ ਕੀਤੀ ਜਾ ਸਕਦੀ ਹੈ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।